ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM ਤੇ ਮੈਂ ਤੁਹਾਡੀ ਦੋਸਤ ਜੈਸਮਿਨ। ਪ੍ਰੋਗਰਾਮ ਨੋਟਬੁੱਕ ਤੇ ਅੱਜ ਰਚਨਾਵਾਂ ਦੀ ਸਾਂਝ ਪਾ ਰਹੀ ਹਾਂ ਮੈਂ ਅੰਮ੍ਰਿਤਾ ਪ੍ਰੀਤਮ ਜੀ ਦੀਆਂ। ਅੰਮ੍ਰਿਤਾ ਪ੍ਰੀਤਮ ਜੀ ਦੀ ਪਹਿਲੀ ਰਚਨਾ ਅੰਨਦਾਤਾ। ਅੰਨਦਾਤਾ, ਮੇਰੀ ਜੀਭ ਤੇ ਤੇਰਾ ਲੂਣ ਏ, ਤੇਰਾ ਨਾਂ ਮੇਰੇ ਬਾਪ ਦਿਆਂ ਹੋਠਾਂ ਤੇ ਮੇਰੇ ਇਸ ਬੁੱਤ ਵਿੱਚ ਮੇਰੇ ਬਾਪ ਦਾ ਖੂਨ ਏ। ਮੈਂ ਕਿਵੇਂ ਬੋਲਾਂ ਮੇਰੇ ਬੋਲਣ ਤੋਂ ਪਹਿਲਾਂ ਹੀ ਬੋਲ ਪੈਂਦਾ ਏ ਤੇਰਾ ਅੰਨ। ਕੁਝ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀੜੇ ਤੇ ਅੰਨ ਦੇ ਭਾਰ ਹੇਠਾਂ ਉਹ ਦੱਬੇ ਗਏ ਹਨ। ਅੰਨਦਾਤਾ, ਕਾਮੇ ਮਾਂ ਬਾਪ ਦਿੱਤੇ ਕਾਮੇ ਨੇ ਜੰਮ। ਕਾਮੇ ਦਾ ਕੰਮ ਹੈ ਸਿਰਫ ਕੰਮ, ਬਾਕੀ ਵੀ ਤਾਂ ਕੰਮ ਕਰਦਾ ਇਹੋ ਹੀ ਚੰਮ। ਉਹ ਵੀ ਇੱਕ ਕੰਮ ਤੇ ਇਹ ਵੀ ਇੱਕ ਕੰਮ। ਅੰਨਦਾਤਾ, ਮੈਂ ਚੰਮ ਦੀ ਗੁੱਡੀ, ਖੇਡ ਲੈ ਖਿਡਾ ਲੈ ਲਹੂ ਦਾ ਪਿਆਲਾ, ਪੀ ਲੈ ਪਿਲਾ ਲੈ। ਤੇਰੇ ਸਾਹਮਣੇ ਖੜੀ ਹਾਂ ਇਹ ਵਰਤਣ ਦੀ ਛੈ, ਜਿਵੇਂ ਚਾਹੇ ਵਰਤ ਲੈ। ਉੱਗੀ ਹਾਂ ਪਿਸੀ ਹਾਂ ਗੁੱਜੀ ਹਾਂ ਵਿਲੀ ਹਾਂ, ਤੇ ਅੱਜ ਤੱਤੇ ਤਵੇ ਤੇ ਜਿਵੇਂ ਚਾਹੇ ਪਰਤ ਲੈ। ਮੈਂ ਬੁਰਕੀ ਤੋਂ ਵੱਧ ਕੁਝ ਨਹੀਂ, ਜਿਵੇਂ ਚਾਹੇ ਨਿਗਲ ਲੈ। ਤੇ ਤੂੰ ਲਾਵੇ ਤੋਂ ਵੱਧ ਕੁਝ ਨਹੀਂ, ਜਿੰਨਾ ਚਾਹੇ ਪਿਘਲ ਲੈ। ਲਾਵੇ ਚ ਲਪੇਟ ਲੈ, ਕਦਮਾਂ ਤੇ ਖੜੀ ਹਾਂ ਬਾਹਾਂ ਚ ਸਮੇਟ ਲੈ। ਚੁੰਮ ਲੈ ਚੱਟ ਲੈ ਤੇ ਫਿਰ ਰਹਿੰਦ ਖੂੰਦ ਉਹਦਾ ਵੀ ਕੁਝ ਵਾਟ ਲੈ। ਅੰਨਦਾਤਾ, ਮੇਰੀ ਜ਼ਬਾਨ ਤੇ ਇਨਕਾਰ ਇਹ ਕਿਵੇਂ ਹੋ ਸਕਦਾ ਹੈ? ਹਾਂ, ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ। ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ। ਅੰਮ੍ਰਿਤਾ ਦੀ ਅਗਲੀ ਰਚਨਾ ਮਜਬੂਰ। ਮੇਰੀ ਮਾਂ ਦੀ ਕੁੱਖ ਮਜਬੂਰ ਸੀ। ਮੇਰੀ ਮਾਂ ਦੀ ਕੁੱਖ ਮਜਬੂਰ ਸੀ। ਮੈਂ ਵੀ ਤਾਂ ਇੱਕ ਇਨਸਾਨ ਹਾਂ, ਆਜ਼ਾਦੀਆਂ ਦੀ ਟੱਕਰ ਵਿੱਚ ਉਸ ਸੱਟ ਦਾ ਨਿਸ਼ਾਨ ਹਾਂ। ਉਸ ਹਾਦਸੇ ਦਾ ਚਿੰਨ੍ਹ ਹਾਂ ਜੋ ਮੇਰੀ ਮਾਂ ਦੇ ਮੱਥੇ ਉੱਤੇ ਲੱਗਣਾ ਜ਼ਰੂਰ ਸੀ। ਮੇਰੀ ਮਾਂ ਦੀ ਕੁੱਖ ਮਜਬੂਰ ਸੀ। ਤਿਰਕਾਰ ਹਾਂ ਮੈਂ, ਜਿਹੜੀ ਇਨਸਾਨ ਉੱਤੇ ਪੈ ਰਹੀ। ਪੈਦਾਇਸ਼ ਹਾਂ ਉਸ ਵਕਤ ਦੀ ਜਦ ਟੁੱਟ ਰਹੇ ਸੀ ਤਾਰੇ, ਜਦ ਬੁਝ ਗਿਆ ਸੀ ਸੂਰਜ, ਚੰਦ ਵੀ ਬੇਨੂਰ ਸੀ। ਮੇਰੀ ਮਾਂ ਦੀ ਕੁੱਖ ਮਜਬੂਰ ਸੀ। ਮੈਂ ਖਰੀਦ ਹਾਂ ਇੱਕ ਜ਼ਖਮ ਦਾ, ਮੈਂ ਧੱਬਾ ਹਾਂ ਮਾਂ ਦੇ ਜਿਸਮ ਦਾ। ਮੈਂ ਜ਼ੁਲਮ ਦਾ ਉਹ ਬੋਝ ਹਾਂ ਜੋ ਮਾਂ ਮੇਰੀ ਢੋਂਦੀ ਰਹੀ। ਮਾਂ ਮੇਰੀ ਨੂੰ ਪੇਟ ਚੋਂ ਸੜਿਆਂਦ ਇੱਕ ਆਉਂਦੀ ਰਹੀ। ਕੌਣ ਜਾਣ ਸਕਦਾ ਹੈ ਕਿਤਨਾ ਕੁ ਮੁਸ਼ਕਿਲ ਹੈ? ਕੌਣ ਜਾਣ ਸਕਦਾ ਹੈ ਕਿ ਕਿਤਨਾ ਕੁ ਮੁਸ਼ਕਿਲ ਹੈ ਆਖਰਾਂ ਦੇ ਜ਼ੁਲਮ ਨੂੰ ਇੱਕ ਪੇਟ ਦੇ ਵਿੱਚ ਪਾਲਣਾ। ਕੌਣ ਜਾਣ ਸਕਦਾ ਹੈ ਕਿ ਕਿਤਨਾ ਕੁ ਮੁਸ਼ਕਿਲ ਹੈ ਆਖਰਾਂ ਦੇ ਜ਼ੁਲਮ ਨੂੰ ਇੱਕ ਪੇਟ ਦੇ ਵਿੱਚ ਪਾਲਣਾ। ਅੰਗਾਂ ਨੂੰ ਝੁਲਸਣਾ ਤੇ ਹੱਡਾਂ ਨੂੰ ਬਾਲਣਾ। ਫਲ ਹਾਂ ਮੈਂ ਉਸ ਵਕਤ ਦਾ, ਆਜ਼ਾਦੀ ਦੀਆਂ ਬੇਰੀਆਂ ਨੂੰ ਜਦ ਬੂਰ ਸੀ।
फल हाँ उस वक्त दा मैं आज़ादी दियां बेरियां नू पै रहा जद बूर सी। मेरी मां दी कुख मजबूर सी, मेरी मां दी कुख मजबूर सी। अमृता जी दी अगली रचना कुआरी। मैं तेरी सेज ते जद पैर धरिया सी, मैं तेरी सेज ते जद पैर धरिया सी। मैं एक नहीं सा दो सा, एक सालम व्याही ते एक सालम कुआरी। सो तेरे भोग दी खातर मैं उस कुआरी नू कतल करना सी। मैं कतल कीता सी, ये कतल जो कानूनन जायज़ हुंदे ने, सिर्फ उन्हां दी जिल्लत नाजायज़ हुंदी है ते मैं उस जिल्लत दा जहर पीता सी। ते फिर प्रभात वेले एक लहू विच भिजे मैं अपने हथ वेखे सन, हथ धोते सन बिल्कुल उस तरह ज्यों होर मुश्की अंग धोने सन। पर ज्यों ही मैं शीशे दे सामने हुई, ओ सामने खलोती सी ओही जो अपनी जाचे मैं राती कतल कीती सी। ओ खुदाया की सेज दा हनेरा बहुत गाढ़ा सी। मैं किहनू कतल करना सी ते किहनू कतल कर बैठी। मैं किहनू कतल करना सी ते किहनू कतल कर बैठी। अगली रचना मैं जनता। रानियां पटरानियां मैं रोज देखती, रानियां पटरानियां मैं रोज वेखदी। हत्थी सुहाग दे कंगण, पैरी कानून दी झांजर, उन्हां दी तली वास्ते मैं रोज मेहंदी घोलदी। कदे कुछ नहीं बोलदी। मैं सदगुणी जानदी हाँ कि रीस करनी बड़ी औगुण है। सेज ओ नहीं पर सेज दा स्वामी ओही। हनेरे दी सेज भोगदी जां सेज दा हनेरा भोगदी। कुख मेरी बाल जमदी है, वारिस नहीं जमदी। बाल मेरे बड़े बीबे सदगुणे जानदे ने, हक मंगना बड़ा औगण है। बाल मेरे चुप कीते जवानी कढ लैंदे ने ते सेवा सांभ लैंदे ने किसे ना किसे देश रतन दी। मैं जनता चुप कीती बुढ़ेपा कट लैंदी हाँ। अख दा इशारा समझदी एक चंगी रखेल अपने वतन दी। अख दा इशारा समझदी एक चंगी रखेल अपने वतन दी। अमृता जी दी अगली रचना मेरा शहर। मेरा शहर एक लंबी बहस वर्गा है। मेरा शहर एक लंबी बहस वर्गा है। सड़कां बेतुकियां दलीलां दी तरह ते गलियां इस तरह ज्यों इक्को गल नूं कोई इधर उधर घसीटदा। हर मकान एक मुट्ठी वांगू वट्टिया कुटिया होया, कंधां कचीचियां वांगू ते नालियां ज्यों मूहां चों झग वगदी है। ਇਹ ਬਹਿਸ ਖੌਰੇ ਸੂਰਜ ਤੋਂ ਸ਼ੁਰੂ ਹੋਈ ਸੀ ਜੋ ਉਸ ਨੂੰ ਵੇਖ ਕੇ ਇਹ ਹੋਰ ਗਰਮ ਹੁੰਦੀ ਤੇ ਹਰ ਬੂਹੇ ਦੇ ਮੂੰਹ ਚੋਂ
ਫਿਰ ਸਾਈਕਲਾਂ ਤੇ ਸਕੂਟਰਾਂ ਦੇ ਪਹੀਏ ਗਾਲਾਂ ਦੀ ਤਰ੍ਹਾਂ ਨਿਕਲਦੇ ਤੇ ਘੰਟੀਆਂ ਤੇ ਹਾਰਨ ਇੱਕ ਦੂਜੇ ਤੇ ਝਪਟਦੇ। ਜਿਹੜਾ ਵੀ ਬਾਲ ਇਸ ਸ਼ਹਿਰ ਵਿੱਚ ਜੰਮਦਾ ਪੁੱਛਦਾ ਕਿ ਕਿਹੜੀ ਗੱਲ ਤੋਂ ਇਹ ਬਹਿਸ ਹੋ ਰਹੀ। ਫਿਰ ਉਸ ਦਾ ਸਵਾਲ ਵੀ ਇੱਕ ਬਹਿਸ ਬਣਦਾ, ਬਹਿਸ ਵਿੱਚੋਂ ਨਿਕਲਦਾ ਤੇ ਬਹਿਸ ਵਿੱਚ ਰਲਦਾ। ਸੰਖਾਂ ਘੜਿਆਲਾਂ ਦੇ ਸਾਹ ਸੁੱਕੇ, ਰਾਤ ਆਉਂਦੀ ਸਿਰ ਖਪਾਉਂਦੀ ਤੇ ਚਲੀ ਜਾਂਦੀ, ਪਰ ਨੀਂਦਰ ਦੇ ਵਿੱਚ ਵੀ ਇਹ ਬਹਿਸ ਨਾ ਮੁੱਕੇ। ਮੇਰਾ ਸ਼ਹਿਰ ਇੱਕ ਲੰਬੀ ਬਹਿਸ ਵਰਗਾ ਹੈ, ਮੇਰਾ ਸ਼ਹਿਰ ਇੱਕ ਲੰਬੀ ਬਹਿਸ ਵਰਗਾ ਹੈ। ਅੰਮ੍ਰਿਤਾ ਦੀ ਅਗਲੀ ਬੜੀ ਪਿਆਰੀ ਜਿਹੀ ਰਚਨਾ ਅਮੜੀ ਦਾ ਵਿਹੜਾ। ਬੀਤ ਗਿਆ ਦਿਨ ਬੀਤ ਗਿਆ, ਜਿਉਂ ਕੱਤਿਆ ਤੁੰਬਿਆ ਹੰਡ ਗਿਆ ਇੱਕ ਰੂਹ ਦਾ ਗੋੜਾ। ਜਿੱਥੇ ਸੁਪਨੇ ਕਈ ਬਣਾਏ ਸੀ, ਅੱਜ ਆਪੂ ਸੁਪਨਾ ਬਣ ਗਿਆ ਅਮੜੀ ਦਾ ਵਿਹੜਾ। ਇੱਕ ਬਾਦਸ਼ਾਹੀ ਅਸਾਂ ਮਾਣੀ ਸੀ, ਜਿਹਦਾ ਬਾਬਲ ਰਾਜਾ ਸੀ ਤੇ ਅਮੜੀ ਰਾਣੀ ਸੀ। ਜਿਵੇਂ ਭਾਵੇਂ ਲੱਭਾ ਪਲੰਗ ਨਵਾਰੀ ਸੀ ਜਾਂ ਮੰਜੀ ਸਿਰਫ ਅਲਾਣੀ ਸੀ, ਭਾਵੇਂ ਮੱਖਣ ਪੇੜੇ ਰੁਲਦੇ ਸਨ, ਭਾਵੇਂ ਸੁੱਕਾ ਟੁੱਕਰ ਪਾਣੀ ਸੀ, ਪਰ ਖੁੱਲ ਖੁੱਲੀ ਅਣਮੁੱਲੀ ਸੀ ਜਿਹੜੀ ਬਾਦਸ਼ਾਹੀ ਅਸਾਂ ਮਾਣੀ ਸੀ। ਜਿਹਦੇ ਖੇਡ ਨੂੰ ਗੀਟੇ ਖੇਡ ਖੇਡ ਬੇਫਿਕਰੀ ਚਾਦਰ ਤਾਣੀ ਸੀ। ਪਿੱਪਲ ਦੀਆਂ ਪੀਂਘਾਂ ਝੂਟ ਝੂਟ ਜਿੱਥੇ ਚੜੀ ਅਖੀਰ ਜਵਾਨੀ ਸੀ। ਜਿੱਥੇ ਸਾਈਆਂ ਭੋਰੇ ਬੈਠ ਬੈਠ ਕੇ ਗਾਂਦਿਆਂ ਰਾਤ ਲੰਘਾਉਣੀ ਨੀ, ਲੋੜੇ ਦੀ ਕੂਕਰ ਚਰਖੇ ਦੀ ਲੋੜੇ ਦੀ ਚੜੀ ਜਵਾਨੀ ਨੀ। ਅਸਾਂ ਸੌਣ ਹੁਲਾਰਿਓਂ ਝੂਮ ਝੂਮ ਮੋਰਾਂ ਨਾਲ ਸ਼ਰਤ ਲਗਾਣੀ ਨੀ, ਤੇ ਪੀਂਗ ਹੁਲਾਰੇ ਝਾੜ ਝਾੜ ਅਸਮਾਨਾਂ ਨਾਲ ਸੁਹਾਣੀ ਨੀ। ਜਿੱਥੇ ਚੰਨਾ ਵਾਂਗਰ ਦਿਸਦਾ ਸੀ ਤੇ ਫੁੱਲਾਂ ਵਾਂਗੂ ਹੱਸਦਾ ਸੀ ਖੁਸ਼ੀਆਂ ਦਾ ਖੇੜਾ। ਕਦੇ ਮੈਂ ਉਸ ਵਿਹੜੇ ਵਸਦੀ ਸਾਂ, ਅੱਜ ਮੇਰੇ ਸੀਨੇ ਵਸਦਾ ਨੀ ਅਮੜੀ ਦਾ ਵਿਹੜਾ। ਉਸ ਸਾਂਝ ਦਾ ਪੈਣਾ ਨੀ ਅਸੀਂ ਇਕੱਠੇ ਹੋਣਾ ਨੀ, ਦਾਦੀ ਤੇ ਮੰਜੇ ਦੇ ਚੌਗਿਰਦੇ ਪਾਉਣਾ ਨੀ। ਉਹਨੂੰ ਨੀਂਦਰ ਆਉਣੀ ਨੀ, ਅਸਾਂ ਖੱਪ ਮਚਾਉਣੀ ਨੀ। ਉਸ ਨਾ ਨਾ ਕਹਿਣੀ ਨੀ, ਅਸੀਂ ਹਾਂ ਹਾਂ ਕਹਿਣੀ ਨੀ। ਉਸ ਚੁੱਪ ਕਰਾਣਾ ਨੀ, ਅਸੀਂ ਰੌਲਾ ਪਾਉਣਾ ਨੀ। ਉਹਦੀ ਨਾ ਨਾ ਮੁੱਕਣੀ ਨੀ, ਅਸਾਂ ਆਖਰ ਚੁੱਕਣੀ ਨੀ। ਤੇ ਆਖਰ ਦਾਦੀ ਤੋਂ ਅਸਾਂ ਹਾਰ ਮਨਾਣੀ ਨੀ। ਥੋੜਾ ਜਿਹਾ ਰੁੱਸ ਕੇ ਤੇ ਥੋੜਾ ਜਿਹਾ ਹੱਸ ਕੇ ਤੇ ਉਸ ਬਾਤ ਸੁਣਾਉਣੀ ਨੀ, ਕੋਈ ਕਹਾਣੀ ਪਾਉਣੀ ਨੀ। ਅੱਜ ਕਿੱਥੇ ਵੇ ਉਹ ਸਵਰਗ, ਅੱਜ ਕਿੱਥੇ ਵੇ ਉਹ ਸਵਰਗ ਜੋ ਲੱਭਿਆ ਵੀ ਤੇ ਖੋਇਆ ਵੀ, ਹੁਣ ਦੱਸੇ ਕਿਹੜਾ। ਕਦੇ ਸਾਨੂੰ ਕਹਾਣੀਆਂ ਪਾਉਂਦਾ ਸੀ, ਅੱਜ ਆਪ ਕਹਾਣੀ ਹੋਇਆ ਨੀ ਅਮੜੀ ਦਾ ਵਿਹੜਾ। ਕਦੇ ਸਾਨੂੰ ਕਹਾਣੀਆਂ ਪਾਉਂਦਾ ਸੀ, ਅੱਜ ਆਪ ਕਹਾਣੀ ਹੋਇਆ ਨੀ ਅਮੜੀ ਦਾ ਵਿਹੜਾ, ਅਮੜੀ ਦਾ ਵਿਹੜਾ। ਅੰਮ੍ਰਿਤਾ ਜੀ ਦੀ ਇੱਕ ਬੜੀ ਪਿਆਰੀ ਰਚਨਾ ਉਹ ਮੇਰੇ ਦੋਸਤ। ओ मेरे दोस्त मेरे अजनबी, ओ मेरे दोस्त मेरे अजनबी, एक बार अचानक तू आया तां वक्त असलों हैरान मेरे कमरे विच खलोता रह गया। तरकालां दा सूरज लहण वाला सी पर लह ना सकिया ते घड़ी को उसने डुब्बण दी कीमत विसार दित्ती।
ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲੈ ਨਾ ਸਕਿਆ, ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ। ਫਿਰ ਅਜ਼ਲਾਂ ਦੇ ਨੇਮ ਨੇ ਇੱਕ ਦੁਹਾਈ ਦਿੱਤੀ। ਵਕਤ ਨੇ ਬੀਤੇ ਖਲੋਤੇ ਛਣਾਂ ਨੂੰ ਤੱਕਿਆ ਤੇ ਘਾਬਰ ਕੇ ਬਾਰੀ ਚੋਂ ਛਾਲ ਮਾਰ ਦਿੱਤੀ। ਉਹ ਬੀਤੇ ਖਲੋਤੇ ਛਣਾਂ ਦੀ ਘਟਨਾ ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਹੈ ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਹੈ, ਤੇ ਸ਼ਾਇਦ ਵਕਤ ਨੂੰ ਵੀ ਫੇਰ ਉਹ ਗਲਤੀ ਗਵਾਰਾ ਨਹੀਂ। ਹੁਣ ਸੂਰਜ ਰੋਜ਼ ਵੇਲੇ ਸਿਰ ਡੁੱਬ ਜਾਂਦਾ ਏ ਤੇ ਹਨੇਰਾ ਰੋਜ਼ ਮੇਰੀ ਛਾਤੀ ਵਿੱਚ ਖੁੱਭ ਜਾਂਦਾ ਏ, ਪਰ ਬੀਤੇ ਖਲੋਤੇ ਛਿਣਾਂ ਦਾ ਇੱਕ ਸੱਚ ਏ। ਹੁਣ ਤੂੰ ਤੇ ਮੈਂ ਉਹਨੂੰ ਮੰਨਣਾ ਚਾਹੀਏ ਜਾਂ ਨਾ, ਇੱਕ ਵੱਖਰੀ ਗੱਲ ਏ। ਪਰ ਉਸ ਦਿਨ ਜਦ ਵਕਤ ਨੇ ਬਾਰੀ ਚੋਂ ਛਾਲ ਮਾਰੀ ਸੀ ਤੇ ਉਸਦੇ ਗੋਡਿਆਂ ਚੋਂ ਜੋ ਲਹੂ ਸਿਮਿਆ ਸੀ, ਉਹ ਲਹੂ ਮੇਰੀ ਬਾਰੀ ਦੇ ਥੱਲੇ ਅੱਜ ਵੀ ਜੰਮਿਆ ਹੋਇਆ ਏ। ਉਹ ਲਹੂ ਮੇਰੀ ਬਾਰੀ ਦੇ ਥੱਲੇ ਅੱਜ ਵੀ ਜੰਮਿਆ ਹੋਇਆ ਹੈ। ਅੰਮ੍ਰਿਤਾ ਜੀ ਦੀ ਅਗਲੀ ਰਚਨਾ ਜਾਣ ਵਾਲੀ। मोहब्बत कोई आदत ता नहीं जो नवी पै सकती है, मोहब्बत कोई आदत ता नहीं जो नवी पै सकती है। की कह सकती हाँ इस तो सिवा, जान वाले इंज ना जा। तू मेरे जीवन दी भी लोड़ है, तू मेरे जीवन दी भी लोड़ है। ਇਹ ਇੱਕ ਅੰਨ ਖਾਣ ਜਿਤਨੀ ਸੱਚਾਈ ਏ, ਪਰ ਇਹ ਗੱਲ ਮੈਂ ਆਖਾਂ ਤੇ ਫਿਰ ਤੂੰ ਮੰਨੇਗਾ ਇਸ ਨੂੰ? ਇਤਨੀ ਵੱਡੀ ਸੱਚਾਈ ਨੂੰ 4 ਹਰਫਾਂ ਦਾ ਗੁਲਾਮ ਨਾ ਬਣਾ। ਜਾਣ ਵਾਲੇ ਇੰਜ ਨਾ ਜਾ। ਮੈਂ ਤੈਨੂੰ ਪਿਆਰ ਕਰਦੀ ਹਾਂ, ਮੈਂ ਤੈਨੂੰ ਪਿਆਰ ਕਰਦੀ ਹਾਂ। ਕਿਉਂ ਤੇਰਾ ਵਿਸ਼ਵਾਸ ਮੰਗਦਾ ਏ ਮੇਰੇ ਇਹਨਾਂ ਲਫ਼ਜ਼ਾਂ ਦਾ ਸਹਾਰਾ? ਵਿਸ਼ਵਾਸ ਦੀ ਤਲੀ ਤੇ ਉਮਰ ਦੀ ਲਕੀਰ ਕਿਉਂ ਥਾਂ-ਥਾਂ ਤੋਂ ਇੰਜ ਟੁੱਟ ਰਿਹਾ ਕਿਨਾਰਾ? ਮੁਹੱਬਤ ਇੱਕ ਮੌਸਮ ਨਹੀਂ ਜੋ ਆ ਕੇ ਗੁਜ਼ਰ ਜਾਏਗਾ। ਜਾਣ ਵਾਲੇ ਇੰਜ ਨਾ ਜਾ। ਮੇਰੀ ਟੁੱਟ ਰਹੀ ਆਵਾਜ਼ ਕਿਉਂ ਹੈ ਤੇਰੀ ਮਿਹਰ ਮੇਰੀ ਮਿੰਨਤ ਦੀ ਮੁਹਤਾਜ? मेरी टूट रही आवाज क्यों है तेरी मेहर मेरी मिन्नत दी मोहताज? वफा नू की अज वास्ता पाना पवेगा, शायद मुश्किल ही मिलता है वफा दा सिला। कितने अरगवानी साल मैं अनजानिया हंगाल सुट्टे कर दिते ने स्याह अरमान उना दे। तेरे ते तां मैनू कोई गिला ही नहीं रहा, मेरी खता पर हुण तेरी पना। मेरे आउण वाले इंज ना जा, मेरे आउण वाले इंज ना जा। इन्हां दी अगली रचना संस्कार। तेरा इश्क तेरा इश्क संस्कारां दा मोहताज बन के रह गया, तेरा इश्क संस्कारां दा मोहताज बन के रह गया। संस्कारां दी धूड़ बड़ी गाढ़ी जही हुंदी ए, मैं होर कुछ नहीं आखदी, धूड़ दा जादू तेरी उस मोहब्बत ते पै गया। इश्क संस्कारां दा मोहताज बन के रह गया। निरोल इस मोहब्बत तां जम्मी सी जरूर, निरोल इत्थे मोहब्बत तां जम्मी सी जरूर। संस्कारां दे कंडे बड़े तिखे जहे हुंदे ने, बन चुके ने नाले तारीखी।
ਤਸੱਬਬ ਮੁਹੱਬਤ ਦਾ ਦਾਮਨ ਅੱਜ ਕੰਢਿਆਂ ਨਾਲ ਖਹਿ ਗਿਆ, ਉਲਝ ਕੇ ਰਹਿ ਗਿਆ। ਮੁਹੱਬਤ ਦਾ ਰੰਗ ਸੀ ਕਰਾਰਾਂ ਦਾ ਗੁਲਾਮ, ਲੈਂਦਾ ਸੀ ਤਸੱਲੀ ਮੇਰੇ ਕੌਲਾਂ ਦੀ ਹੁਦਾਰੀ। ਮੰਗ ਵੀ ਉਡਾਰੀ, ਉਡਾਰੀਆਂ ਦਾ ਪੰਛੀ ਅੱਜ ਆਲਣੇ 'ਚ ਬਹਿ ਗਿਆ। ਇਸ਼ਕ ਸੰਸਕਾਰਾਂ ਦਾ ਮੁਹਤਾਜ ਬਣ ਕੇ ਰਹਿ ਗਿਆ। ਪੁੱਲ ਕਦੇ ਵੀ ਪਾਣੀਆਂ ਦੀ ਰੰਗਤ ਨਹੀਂ ਪਰਖਦੇ, ਪੁੱਲ ਕਦੇ ਵੀ ਪਾਣੀਆਂ ਦੀ ਰੰਗਤ ਨਹੀਂ ਪਰਖਦੇ। ਗੰਧਲਾਪਣਾ ਨਿਰਮਲਪੁਣਾ ਪੈਰਾਂ 'ਚ ਲੰਘ ਜਾਂਦੇ। ਮੈਨੂੰ ਤਰਸ ਆਉਂਦਾ ਹੈ ਤੇਰੇ ਇਸ਼ਕ ਤੇ, ਜੋ ਪਾਣੀਆਂ ਦੀ ਰੰਗਤ ਤੇ ਸਵਾਲਾਂ ਵਿੱਚ ਪੈ ਗਿਆ। ਇਸ਼ਕ ਸੰਸਕਾਰਾਂ ਦਾ ਮੁਹਤਾਜ ਬਣ ਕੇ ਰਹਿ ਗਿਆ। ਕੁਰਬਾਨੀਆਂ ਦੇ ਰਾਹ ਬੜੇ ਵਿੰਗੇ ਜਿਹੇ ਹੁੰਦੇ ਨੇ, ਚਨਾ ਦਾ ਗੋਤਾ ਕਦੇ ਵੀ ਆ ਸਕਦਾ ਹੈ। ਕਿਤਨੀ ਹਿਫਾਜ਼ਤ ਹੈ ਦੁਨੀਆ ਦੀ ਲੀਹ ਤੇ, ਪਿਆਰਾਂ ਦੀ ਪਰਖ ਵਿੱਚ ਪੈਣ ਕੋਲੋਂ ਪਹਿਲਾਂ ਹੀ ਚੰਗਾ ਹੈ ਪੈਰ ਤੇਰਾ ਉਸ ਲੀਹ ਤੇ ਪੈ ਗਿਆ। ਇਸ਼ਕ ਸੰਸਕਾਰਾਂ ਦਾ ਮੁਹਤਾਜ ਬਣ ਕੇ ਰਹਿ ਗਿਆ। ਇਸ਼ਕ ਸੰਸਕਾਰਾਂ ਦਾ ਮੁਹਤਾਜ ਬਣ ਕੇ ਰਹਿ ਗਿਆ। ਇਹਨਾਂ ਦੀ ਅਗਲੀ ਰਚਨਾ ਹੈ ਮੇਰੇ ਦਿਲ ਦਾ ਚਾਅ। ਜਿਵੇਂ ਮੋਰ ਨੂੰ ਰੀਝ ਹੈ ਬੱਦਲਾਂ ਦੀ, ਜਿਵੇਂ ਮੋਰ ਨੂੰ ਰੀਝ ਹੈ ਬੱਦਲਾਂ ਦੀ, ਜਿਵੇਂ ਮੱਛੀ ਨੂੰ ਤਾਰੀਆਂ ਲਾਉਣ ਦਾ ਚਾਅ, ਜਿਵੇਂ ਚੰਨ ਦੀ ਪਰੀਤ ਚਕੋਰ ਰੱਖੇ, ਜਿਵੇਂ ਹੰਸ ਤਾਈਂ ਮੋਤੀ ਖਾਣ ਦਾ ਚਾਅ। ਧਨੀ ਹੋਣ ਨੂੰ ਜਿਵੇਂ ਗਰੀਬ ਲੋਚੇ, ਜਿਵੇਂ ਬੀਰ ਨੂੰ ਜੰਗ ਵਿੱਚ ਜਾਣ ਦਾ ਚਾਅ। ਮੱਖੀ ਸ਼ਹਿਦ ਲਈ ਜਿਸ ਤਰ੍ਹਾਂ ਵਿਲਪਦੀ ਹੈ, ਜਿਵੇਂ ਸੂਮ ਨੂੰ ਮਾਇਆ ਵਧਾਉਣ ਦਾ ਚਾਅ। ਖਾਣ ਪੀਣ ਦੀ ਖਾਹਿਸ਼ ਬਿਮਾਰ ਰੱਖੇ, ਜਿਵੇਂ ਛੋਟੇ ਨੂੰ ਵੱਡਾ ਅਖਵਾਉਣ ਦਾ ਚਾਅ। ਗੁਣੀ ਜਿਸ ਤਰ੍ਹਾਂ ਗੁਣੀ ਦੀ ਚਾਹ ਰੱਖੇ, ਜਿਵੇਂ ਕਸਬੀ ਨੂੰ ਹੁਨਰ ਵਿਖਾਉਣ ਦਾ ਚਾਅ। ਦੇਸ਼ ਭਗਤ ਨੂੰ ਜਿਸ ਤਰ੍ਹਾਂ ਦੇਸ਼ ਪਿਆਰਾ, ਜਿਵੇਂ ਨਾਰ ਨੂੰ ਪਤੀ ਰਜਾਉਣ ਦਾ ਚਾਅ। ਸੱਪ ਬੀਨ ਨੂੰ ਜਿਸ ਤਰ੍ਹਾਂ ਲੋਚਦਾ ਏ, ਜਿਵੇਂ ਭਗਤ ਨੂੰ ਰਵੇ ਭਗਵਾਨ ਦਾ ਚਾਅ। ਸੱਦਰ ਜਿਵੇਂ ਕਸਤੂਰੀ ਦੀ ਹਰਨ ਰੱਖੇ, ਜਿਵੇਂ ਕਵੀ ਨੂੰ ਕਵਿਤਾ ਬਣਾਉਣ ਦਾ ਚਾਅ। ਕੋਇਲ ਕੂਕਦੀ ਜਿਸ ਤਰ੍ਹਾਂ ਅੰਬ ਪਿੱਛੇ, ਜਿਵੇਂ ਮਸਕਰਾ ਜਿਵੇਂ ਹਸਾਣ ਦਾ ਚਾਅ। ਭੌਰਾ ਜਿਸ ਤਰ੍ਹਾਂ ਫੁੱਲਾਂ ਨੂੰ ਤਰਸਦਾ ਏ, ਦਾਨ ਬੀਰ ਨੂੰ ਜਿਸ ਤਰ੍ਹਾਂ ਦਾਨ ਦਾ ਚਾਅ। ਭੁੱਖਾ ਭੋਜਨ ਨੂੰ ਜਿਸ ਤਰ੍ਹਾਂ ਝਾਕਦਾ ਏ, ਜਿਵੇਂ ਸੱਜਣ ਨੂੰ ਦੁੱਖ ਵੰਡਾਉਣ ਦਾ ਚਾਅ। ਤਿਵੇਂ ਬੋਲੀ ਪੰਜਾਬੀ ਦਾ ਪ੍ਰੇਮ ਮੈਨੂੰ, ਰਹਿੰਦਾ ਸਦਾ ਹੀ ਸੇਵਾ ਕਮਾਉਣ ਦਾ ਚਾਅ। ਅੰਮ੍ਰਿਤ ਹੋਵੇ ਸਰਤਾਜ ਇਹ ਸਾਰਿਆਂ ਦੀ, ਇਹਦੇ ਸੀਸ ਤੇ ਛਤਰ ਚਲਾਉਣ ਦਾ ਚਾਅ, ਇਹਦੇ ਸੀਸ ਤੇ ਛਤਰ ਚਲਾਉਣ ਦਾ ਚਾਅ। ਅੰਮ੍ਰਿਤਾ ਜੀ ਦੀ ਅਗਲੀ ਬੜੀ ਪਿਆਰੀ ਜਿਹੀ ਰਚਨਾ ਇੱਕ ਮੁਲਾਕਾਤ। ਮੈਂ ਚੁੱਪ ਸ਼ਾਂਤ ਤੇ ਅਡੋਲ ਖੜੀ ਸਾਂ। ਮੈਂ ਚੁੱਪ ਸ਼ਾਂਤ ਤੇ ਅਡੋਲ ਖੜੀ ਸਾਂ। ਸਿਰਫ ਕੋਲ ਵਗਦੇ ਸਮੁੰਦਰ ਦਾ ਤੂਫਾਨ ਸੀ। ਫਿਰ ਸਮੁੰਦਰ ਨੂੰ ਰੱਬ ਜਾਣੇ ਕੀ ਖਿਆਲ ਆਇਆ। ਉਸ ਆਪਣੇ ਤੂਫਾਨ ਦੀ ਪੋਟਲੀ ਬੰਨੀ, ਮੇਰੇ ਹੱਥ 'ਚ ਫੜਾਈ ਤੇ ਹੱਸ ਕੇ ਕੁਝ ਪਰਾਂ ਹੋ ਗਿਆ। ਹੈਰਾਨ ਸਾਂ, ਪਰ ਉਸ ਦਾ ਚਮਤਕਾਰ ਫੜ ਲਿਆ। ਪਤਾ ਸੀ ਅਜਿਹੀ ਘਟਨਾ ਕਦੇ ਸਦੀਆਂ 'ਚ ਹੀ ਹੁੰਦੀ ਏ। ਲੱਖਾਂ ਖਿਆਲ ਆਏ, ਮੱਥੇ ਤੇ ਝਿਲਮਿਲਾਏ, ਪਰ ਖਲੋਤੀ ਰਹਿ ਗਈ ਕਿ ਇਸ ਨੂੰ ਚੁੱਕ ਕੇ ਅੱਜ ਆਪਣੇ ਸ਼ਹਿਰ ਵਿੱਚ ਮੈਂ ਕਿਵੇਂ ਜਾਵਾਂਗੀ। ਮੇਰੇ ਸ਼ਹਿਰ ਦੀ ਹਰ ਗਲੀ ਪੀੜੀ ਹੈ, ਮੇਰੇ ਸ਼ਹਿਰ ਦੀ ਹਰ ਛੱਤ ਨੀਵੀਂ ਹੈ।
ਮੇਰੇ ਸ਼ਹਿਰ ਦੀ ਹਰ ਕੰਧ ਚੁਗਲੀ ਹੈ। ਮੈਂ ਸੋਚਿਆ ਜੇ ਕਿਤੋਂ ਤੂੰ ਲੱਭੇ ਤਾਂ ਸਮੁੰਦਰ ਦੀ ਤਰ੍ਹਾਂ ਇਹਨੂੰ ਛਾਤੀ ਤੇ ਰੱਖ ਕੇ ਅਸੀਂ ਦੋ ਕਿਨਾਰਿਆਂ ਦੀ ਤਰ੍ਹਾਂ ਹੱਸ ਸਕਦੇ ਹਾਂ ਤੇ ਨੀਵੀਆਂ ਛੱਤਾਂ ਤੇ ਭੀੜੀਆਂ ਗਲੀਆਂ ਦੇ ਸ਼ਹਿਰ ਵਿੱਚ ਵਸ ਸਕਦੇ ਸਾਂ। ਪਰ ਸਾਰੀ ਦੁਪਹਿਰ ਤੈਨੂੰ ਲੱਭਦਿਆਂ ਬੀਤੀ ਤੇ ਆਪਣੀ ਅੱਗ ਦਾ ਮੈਂ ਆਪੇ ਹੀ ਘੁੱਟ ਪੀਤਾ ਤੇ ਤਿਉਂ ਲੈਣ ਵੇਲੇ ਸਮੁੰਦਰ ਦਾ ਤੂਫਾਨ ਸਮੁੰਦਰ ਨੂੰ ਮੋੜ ਦਿੱਤਾ। ਹੁਣ ਰਾਤ ਪੈਣ ਲੱਗੀ ਏ ਤੇ ਤੂੰ ਮਿਲਿਆ ਏ। ਹੁਣ ਰਾਤ ਪੈਣ ਲੱਗੀ ਏ ਤਾਂ ਤੂੰ ਮਿਲਿਆ ਏ। ਤੂੰ ਵੀ ਉਦਾਸ, ਚੁੱਪ, ਸ਼ਾਂਤ ਤੇ ਅਡੋਲ। ਮੈਂ ਵੀ ਉਦਾਸ, ਚੁੱਪ, ਸ਼ਾਂਤ ਤੇ ਅਡੋਲ। ਸਿਰਫ ਦੂਰ ਵਗਦੇ ਸਮੁੰਦਰ ਦੇ ਤੂਫਾਨ ਹੈ। ਸਿਰਫ ਦੂਰ ਵਗਦੇ ਸਮੁੰਦਰ ਦੇ ਵਿੱਚ ਤੂਫਾਨ ਹੈ। ਸਮੁੰਦਰ ਦੇ ਵਿੱਚ ਤੂਫਾਨ ਹੈ। ਅੰਮ੍ਰਿਤਾ ਜੀ ਦੀ ਅਗਲੀ ਰਚਨਾ ਮੈਂ ਤੈਨੂੰ ਫੇਰ ਮਿਲਾਂਗੀ। ਮੈਂ ਤੈਨੂੰ ਫੇਰ ਮਿਲਾਂਗੀ। ਮੈਂ ਤੈਨੂੰ ਫੇਰ ਮਿਲਾਂਗੀ। ਕਿੱਥੇ, ਕਿਸ ਤਰ੍ਹਾਂ, ਪਤਾ ਨਹੀਂ। ਸ਼ਾਇਦ ਤੇਰੇ ਤਖਯੁਲ ਦੀ ਚਿਣਕ ਬਣ ਕੇ ਤੇਰੇ ਕੈਨਵਸ ਤੇ ਉਤਰਾਂਗੀ, ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਵਾਂਗੀ, ਜਾਂ ਖੌਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ, ਕਿੱਥੇ, ਪਰ ਤੈਨੂੰ ਜ਼ਰੂਰ ਮਿਲਾਂਗੀ। ਜਾਂ ਖੌਰੇ ਇੱਕ ਚਸ਼ਮਾ ਬਣੀ ਹੋਵਾਂਗੀ ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ ਤੇ ਇੱਕ ਠੰਡਕ ਜਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ। ਮੈਂ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ। ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ। ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ। ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ। ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਵਲਾਂਗੀ ਤੇ ਤੈਨੂੰ ਫੇਰ ਮਿਲਾਂਗੀ, ਤੇ ਤੈਨੂੰ ਮੈਂ ਫੇਰ ਮਿਲਾਂਗੀ।